वाणी स्वामी जी महाराज उपदेश सतगुर भक्ति का वचन 16वां शब्द पहला। गुर महिमा मैं कहाँ लग गाऊं, गुर समान कोई और न पाऊं। गुर महिमा मैं कहाँ लग गाऊं, गुर समान कोई और न पाऊं। ये बाणी स्वामी जी महाराज दी है। स्वामी जी महाराज मुर्शद के बारे फरमा रहे हैं कि मुर्शद की महिमा मैं कितनी करा। ये सहजो भाई एक इस्त्री हुई है, उसने भी मुर्शद के बारे फरमाया। उसने सारा ही शब्द किया है कि राम रुस जाए तो बेशक रुस जाए, मेरा सतगुर ना रुसे। सारे शब्द विच पूरा उन्हें दस्या है। राम ने की किया है कि सानू जन्म दे के 5 चोर साढ़े नाल लगा दिते। सतगुर ने नाम दे के सानू चोरां तो बचा लिया। राम ने सानू जन्म दे के आवागमन विच फसा दिता। सतगुर ने सानू नाम दे के जोगी बना दिता, सानू बचा लिया। सारे शब्द दे विच सहजो भाई ने ये कहा कि अगर सतगुर रुस राम रुस जाए तो बेशक रुस जाए, मेरा सतगुर ना रुसे। जिन्होंने जिसों भी कोई चीज़ मिलती है या सुख मिलता है, उन्होंने उसकी तारीफ करनी करनी। सहजो भाई ने सारे शब्द विच बड़ा रानिया किया, उन्हें परवाह नहीं की। बड़ी जबरदस्त बाणी है उसकी कि उन्हें परवाह नहीं की राम की। उसने कहा मेरा सतगुर ना रुसे, राम रुस जाए बेशक रुस जाए। इसी तरह स्वामी जी महाराज बाणी च फरमा रहे है कि असी सतगुर की महिमा की करिए। सतगुर की महिमा असी कर नहीं सकते। सतगुर पार ब्रह्म परे तू परे उचे तो ऊँचा। असी इत्थे बैठे हैं मैलमूद के देश विच। गुरु साहब जी जो बाणी च फरमा रहे ठीक फरमा रहे। हाँ जी। गुर महिमा मैं कहाँ लग गाऊं, गुर समान कोई और न पाऊं। गुर उस्तत है सब मत माही, गुर से बेमुख ठौर न पाही। स्वामी जी महाराज बड़े प्यार दे नाल फरमा रहे हैं, गुर उस्तत हर एक मत दे विच है। कोई भी मत है दुनिया का, उहदे विच सतगुर की शोभा है। ये नहीं कि सिर्फ इसे मत विच है, कोई भी मत है। कई बार अगे भी दस्या है, श्री सुखदेव जी वेद व्यास ऋषि दे लड़के सन। जंगल विच उन्होंने बहुत तपस्या की। इन्नी तपस्या की कि तपस्या के बल नाल स्वर्गां च पहुँच गए। जदों स्वर्गां च पहुँच गए तो स्वर्गां का जो मुख्तियार सी उथे, उसने उन्होंने रहन नहीं देता कि तेरा मुर्शद कोई नहीं, तू बेगुनाह है। देखो एडी वड्डी तपस्या की,
ਜਿਹੜੇ ਸਵਰਗਾਂ 'ਚ ਪਹੁੰਚ ਗਏ ਉੱਥੇ ਵੀ ਉਹਨੂੰ ਕਿਹਾ ਤੂੰ ਬੇਗੁਨਾਹ ਹੈ, ਤੇਰਾ ਗੁਰੂ ਕੋਈ ਨਹੀਂ, ਚਲੇ ਜਾ ਇੱਥੋਂ, ਇੱਥੇ ਤੂੰ ਰਹਿ ਨਹੀਂ ਸਕਦਾ। ਉਹਨੂੰ ਵਾਪਸ ਆਉਣਾ ਪਿਆ ਮਾਤ ਲੋਕ ਦੇ ਵਿੱਚ। ਆ ਕੇ ਆਪਣੇ ਪਿਤਾ ਨੂੰ ਪੁੱਛਿਆ ਕਿ ਇੱਥੇ ਇਸ ਵਕਤ ਕੌਣ ਹੈ ਮੁਰਸ਼ਦ, ਗੁਰੂ ਕੌਣ ਹੈ? ਉਹਨਾਂ ਰਾਜਾ ਜਨਕ ਦੱਸਿਆ ਕਿ ਰਾਜਾ ਜਨਕ ਇਸ ਲਈ। ਹੁਣ ਕਿੱਥੇ ਉਹ ਰਿਸ਼ੀ ਜਿਸ ਨੇ ਇੰਨੀ ਤਪੱਸਿਆ ਕੀਤੀ, ਕਿੱਥੇ ਐਤਵਾਰ ਆਉਂਦਾ ਸੀ? ਸੋਚੀ ਪੈ ਗਿਆ, ਇੱਕ ਰਾਜਾ, ਇੱਕ ਮੁਰਸ਼ਦ, ਇਹ ਕਦੀ ਹੋ ਸਕਦਾ ਹੈ? ਜਾਣਾ ਫਿਰ ਵਾਪਸ ਆ ਜਾਣਾ, ਦਿਲ ਦੇ ਵਿੱਚ ਭਾਵ ਆ ਜਾਣਾ। ਉਹ ਜਿਹੜੀ ਸ਼ਕਤੀ ਹੀ ਅੰਦਰ ਘਟਣਾ ਸ਼ੁਰੂ ਹੋ ਗਈ, ਨਿੰਦਿਆ ਹੋਣਾ ਸ਼ੁਰੂ ਹੋ ਗਈ। ਕਈ ਵਾਰ ਗਿਆ, ਕਈ ਵਾਰ ਆਇਆ। ਨਾਰਦ ਮੁਨੀ ਨੇ ਸੋਚਿਆ ਇਹ ਤੇ ਆਪਣਾ ਬੇੜਾ ਗਰਕ ਕਰ ਲਿਆ। ਛੋਟੀ ਜਿਹਾ ਇੱਕ ਨਾਲਾ ਵਗਦਾ ਸੀ ਪਾਣੀ ਦਾ। ਨਾਰਦ ਮੁਨੀ ਨੇ ਬੁੱਢਾ ਰੂਪ ਧਾਰ ਕੇ ਕਈ ਟੋਕਰੀ ਲਈ, ਉੱਥੇ ਮਿੱਟੀ ਸੁੱਟੀ ਜਾਵੇ। ਜਦੋਂ ਸ੍ਰੀ ਸੁਖਦੇਵ ਜੀ ਗਿਆ, ਪੁੱਛਿਆ ਬਾਬਾ ਇਹ ਕੀ ਕਰ ਰਿਹਾ? ਕਹਿੰਦਾ ਇਹ ਪਾਣੀ ਡੱਕਣਾ ਹੈ। ਕਹਿੰਦੇ ਕਾਹਦਾ ਲੱਗਾ ਹੈ ਤੂੰ? ਸਵੇਰ ਦਾ। ਬਾਬਾ ਤੇਰੀ ਤਾਂ ਦਿਹਾੜੀ ਐਵੇਂ ਗਈ, ਇਸ ਤਰ੍ਹਾਂ ਤਾਂ ਨਹੀਂ ਪਾਣੀ ਡੱਕਿਆ ਜਾਂਦਾ। ਕੋਈ ਇੱਥੇ ਮੋੜੇ ਤਾਰ, ਕੋਈ ਕੱਖ ਕਾਣ ਸੁੱਟ, ਫਿਰ ਉੱਤੇ ਮਿੱਟੀ ਪਾ, ਫਿਰ ਪਾਣੀ ਡੱਕਿਆ ਜਾਵੇ। ਉਸ ਨੇ ਅੱਗੋਂ ਕਿਹਾ ਕਿ ਮੇਰੀ ਇੱਕ ਦਿਹਾੜੀ ਗਈ ਹੈ, ਕੋਈ ਗੱਲ ਨਹੀਂ। ਸ੍ਰੀ ਸੁਖਦੇਵ ਹੈ ਬਿਆਸ ਲੇਖੀ ਦਾ ਪੁੱਤਰ ਲੜਕਾ, ਉਹਦੀ ਇੰਨੇ ਜਨਮਾਂ ਦੀ ਕਮਾਈ ਜਿਹੜੀ ਹੈ ਖਤਮ ਹੋ ਗਈ। ਉਹ ਰਾਜੇ ਜਨਕ 'ਤੇ ਭਾਵ ਲੈਂਦਾ ਹੈ, ਉਹਦੀ ਨਿੰਦਿਆ ਹੋ ਜਾਂਦੀ ਹੈ, ਉਹਦੀ ਕਮਾਈ ਘਟ ਰਹੀ ਹੈ। ਗਸ਼ ਖਾ ਕੇ ਡਿੱਗ ਪਿਆ, ਫਿਰ ਉੱਠ ਕੇ ਤੁਰ ਪਿਆ। ਅੱਗੂ ਰਾਜੇ ਜਨਕ ਨੇ ਉਸ ਦੀ ਪੂਰੀ ਟਰਾਈ ਕਰਨ ਵਾਸਤੇ ਆਪਣੇ ਸੇਵਾਦਾਰਾਂ ਨੂੰ ਕਿਹਾ ਕਿ ਇੱਕ ਸਾਧੂ ਆ ਰਿਹਾ ਹੈ, ਉਹਨੂੰ ਅੰਦਰ ਨਹੀਂ ਆਉਣ ਦੇਣਾ, ਐਸ ਬਾਰੀ ਦੇ ਲਾਗੇ ਖੜਾ ਕਰ ਦੇਣਾ। ਰਾਜਾ ਜਨਕ ਸਾਧ ਸੰਗਤ ਦੀਆਂ ਪੱਤਲਾਂ ਝੂਠੀਆਂ ਆਪੇ ਚੁੱਕਦਾ ਹੁੰਦਾ ਸੀ। ਇਹ ਸੇਵਾ ਆਪ ਕਰਦਾ ਹੁੰਦਾ ਸੀ। ਪੱਤਲਾਂ ਚੁੱਕ ਕੇ ਝੂਠੀਆਂ ਅਤੇ ਉਸ ਬਾਰੀ ਰਾਹੀਂ ਬਾਹਰ ਸੁੱਟਦਾ ਸੀ, ਜਿਹੜੀ ਚਾਰ ਦੁਆਰੀ ਬਣਾਈ ਸੀ। ਉਸ ਜੋਗੀ ਨੇ ਉੱਥੇ ਖੜਾ ਕਰ ਦਿੱਤਾ, ਅੰਦਰ ਨਹੀਂ ਜਾਣ ਦਿੱਤਾ ਸੇਵਾਦਾਰਾਂ ਨੇ। ਇੱਕ ਦੋ ਦਿਨ ਰਿਹਾ, ਝੂਠੀਆਂ ਪੱਤਲਾਂ ਪੈਂਦੀਆਂ ਰਹੀਆਂ। ਪੁੱਛਿਆ ਰਾਜੇ ਜਨਕ ਨੇ, ਉਹ ਜਿਹੜਾ ਸਾਧੂ ਆਇਆ ਸੀ ਉਹ ਕਿੱਥੇ ਹੈ? ਮਹਾਰਾਜ ਜਿੱਥੇ ਤੁਸੀਂ ਕਿਹਾ ਸੀ ਉੱਥੇ ਹੀ ਖੜਾ ਹੈ। ਜਦੋਂ ਬੰਦੇ ਦੇ ਦਿਲ 'ਚ ਭਾਵ ਨਹੀਂ ਨਾ ਹੋਵੇ, ਭਾਵੇਂ ਝੂਠੀਆਂ ਪੈਣ ਜਾਂ ਸੁੱਚੀਆਂ ਪੈਣ, ਫੇਰ ਨਹੀਂ ਉਹਨੂੰ ਕੋਈ ਅਫਸੋਸ ਹੁੰਦਾ। ਖੜੋਤਾ ਰਿਹਾ, ਜਾਓ ਬੁਲਾਓ ਉਹਨੂੰ, ਨਹਾ ਲਓ ਧੋ ਲਓ, ਲਿਆਓ ਇੱਧਰ। ਕੋਲ ਬਿਠਾ ਲਿਆ। ਉਹਦੀ ਤਸੱਲੀ ਵਾਸਤੇ ਸ਼ਹਿਰ ਦੇ ਵਿੱਚ ਮਾਇਆ ਦੀ ਅੱਗ ਲਾ ਦਿੱਤੀ। ਸ਼ਹਿਰ ਦੇ ਵਿੱਚੋਂ ਆਣ ਕੇ ਸੇਵਾਦਾਰਾਂ ਨੇ ਕਹਿਤਾ, ਮਹਾਰਾਜ ਸ਼ਹਿਰ 'ਚ ਅੱਗ ਲੱਗੀ ਹੈ। ਰਾਜੇ ਜਨਕ ਨੇ ਕਿਹਾ, ਹਰੀ ਇੱਛਾ। ਕਹਿੰਦੇ ਮਹਾਰਾਜ ਤੁਹਾਡੇ ਮਹੱਲਾ ਨੂੰ ਆ ਗਈ ਹੈ। ਕਹਿਣ ਲੱਗੇ ਹਰੀ ਇੱਛਾ। ਮਹਾਰਾਜ ਤੁਹਾਡੇ ਕਮਰੇ ਨੂੰ ਆ ਗਈ ਅੱਗ। ਕਹਿੰਦੇ ਹਰੀ ਇੱਛਾ, ਜੋ ਮਾਲਕ ਦੀ ਮੌਜ ਹੈ। ਸ੍ਰੀ ਸੁਖਦੇਵ ਜੀ ਆਪਣੀ ਝੋਲੀ ਲੈ ਕੇ ਫੋੜਾ ਡੰਡਾ 'ਤੇ ਉੱਠੀਏ ਨੱਸਣ ਲਗਾ। ਰਾਜੇ ਜਨਕ ਨੇ ਫੜ ਲਿਆ ਬਾਂਹ, ਫੜ ਕੇ ਬਿਠਾ ਲਿਆ। ਉਹ ਵੱਡਿਆ ਤਿਆਗੀ ਆ, ਮੈਨੂੰ ਤੂੰ ਰਾਜਾ ਕਹਿੰਦਾ ਹੈ, ਗ੍ਰਸਤੀ ਕਹਿੰਦਾ ਅਤੇ ਆਪੇ ਤਿਆਗੀ ਬਣਦਾ ਹੈ। ਮੇਰੇ ਸ਼ਹਿਰ ਨੂੰ ਅੱਗ ਲੱਗੀ, ਮੇਰੇ ਕਮਰਿਆਂ 'ਚ ਅੱਗ ਆ ਗਈ ਹੈ, ਮੈਂ ਮੰਜੇ ਤੋਂ ਉੱਠਿਆ ਹੀ ਨਹੀਂ। ਜੋ ਮਾਲਕ ਦੀ ਮੌਜ ਹੈ। ਤੂੰ ਕੀ ਲੈ ਕੇ ਜਾ ਰਿਹਾ? ਕਿਹੜੀ ਜਾਇਦਾਦ ਤੇਰੀ? ਇਹ ਫੋੜੀ ਜਿਹੀ ਝੋਲੀ,
बैठ जा इत्थे। बिठा लिया। ਉਹਦੀ तसल्ली वास्ते अग तो माया दी लगी हुई सी, वो तो खत्म हो गई। एक थाली विच पानी पाया, एक दीवा जगा के थाली च रख दिता। कहने लगे जा शहर दे विच फिर के आ, दीवा भी नहीं बुझना चाहिए और पानी भी नहीं डुलना चाहिए। हुण थाली विच पानी जिहड़ा हुंदा है बड़ा सौखा नहीं खड़ोंदा हैगा। चला गया शहर विच हुक्म ला दिता कि खूब डेकोरेशन अपने बनाओ, तुसी अपने अपने दुकानां सजाओ, जो भी फुल वाले बूटे लगाओ, कई कुछ करो, बड़ी रौनक होनी चाहिए, ढोल ढमक्के बजने चाहिए। हर जगह ते बाज़ारां दे विच डेकोरेशन होना शुरू हो गई, किते ढोलकियां छैने बजन, किते गीत कोई गावे, किते कुछ करे। थाली लैके जदों आ गया, राजे जनक ने पुछया कि फलाणे बाज़ार दे विच किहो जी रौनक सी? कहंदा जी मैं नहीं देखिया। फलाणे बाज़ार दे विच तूं आया, उत्थे की कुछ सी? जी मेरा ध्यान नहीं उधर होया, मैं नहीं देखिया। सारा पुछया, राजे जनक ने यही जवाब देंदा रहा कि मैं कुछ नहीं देखिया। जे मैं पुछया वे क्यों नहीं देखिया तूं? जी जे मैं देखदा दीवा भी बुझ जांदा ते थाली जो पानी भी डिग पैना सी, ते तुहाडा श्राप सी कि तू नरकां नूं जाएगा जे काम होएगा। मेरा ध्यान दीवे वाल और थाली वाल रहा। मैं कोई शहर की ऐशो अशत नहीं देखी, कुछ नहीं देखिया, ढोल ढमक्के बजदे मैं नहीं देखे जी। राजे जनक ने उसनों कहा फिर यह हिसाब ला लै, मेरा भी ध्यान उस प्रभु वाल जे, बेशक मेरा राज पाठ है, मेरा इधर ध्यान नहीं हैगा, मेरा उस मालिक दे वाल ध्यान है 24 घंटे, इस पासे मेरा कोई ध्यान नहीं। मुरशद की उस्तत हर महकमे विच है, हर एक जमात विच है, चाहे कोई भी है, वो मुरशद की उस्तत करते ही करते है। और राजे जनक नूं उसने मुरशद बनाना पिया और फिर भजन बंदगी की। हाँ जी। गुर उस्तत है सब मत माही, गुर से बेमुख ठौर न पाही। गुरु साहब जी जो बाणी च फरमा रहे है कि सतगुर तू बेमुख जीव ने होना, उसनों सुख नहीं मिल सकता। बाहरों ठीक है, वो अपने आप को दसेगा लोगों को कि मैं ठीक हाँ, लेकिन उसकी अंदरली मशीनरी जिहड़ी है वो दुखी रहेगी। वो जद भी उसदे अंदर वो रील चलती रहेगी कि मैं हाँ कुछ किया है, मैं बेमुख होया मुरशद कोलों, उसदे अंदर वो मशीनरी चलती रहती है और दुखी रहेगा। जो गुरु साहब जी बाणी च फरमा रहे, ठीक फरमा रहे। हाँ जी। गुर उस्तत है सब मत माही, गुर से बेमुख ठौर न पाही। भोग बिलास हकूमत जग की, तन और हाकम के बस रहती। गुरु साहब जी बड़े प्यार दे नाल फरमा रहे हैं कि दुनिया की माया
ਇਹ ਹਾਕਮਾਂ ਦੇ ਵੱਸ 'ਚ ਰਹਿੰਦੀ ਹੈ, ਹਕੂਮਤ ਪਾਸ ਰਹਿੰਦੀ ਹੈ। ਇਹ ਹਕੂਮਤ ਪਾਸ ਰਹਿੰਦੀ ਹੈ ਔਰ ਉਸ ਮਾਇਆ ਵਾਸਤੇ ਜੀਵ ਇਹਨਾਂ ਦੀ ਖਿਦਮਤ ਕਰਦਾ ਹੈ, ਨੌਕਰੀ ਕਰਦਾ ਹੈ, ਹੋਰ ਕਈ ਕੰਮ ਕਰਦਾ ਹੈ, ਸਿਰਫ ਉਸ ਮਾਇਆ ਵਾਸਤੇ। ਹਾਂਜੀ। ਭੋਗ ਬਿਲਾਸ ਹਕੂਮਤ ਜਗ ਕੀ, तन और हाकम के बस रहती, हाकम सेवा तुम कस करते, तन और मान बढ़ाई लेते। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਹਾਕਮਾਂ ਦੀ ਸੇਵਾ ਤੁਸੀਂ ਕਿਸ ਵਾਸਤੇ ਕਰਦੇ ਹੋ? ਧਨ ਵਾਸਤੇ, ਵਡਿਆਈ ਵਾਸਤੇ। ਉਹ ਜੋ ਵੀ ਕਹਿਣ ਸੋ ਅਸੀਂ ਕਰਦੇ ਹਾਂ। ਔਰ ਝੂਠੀ ਚੀਜ਼ ਵਾਸਤੇ ਸੰਤ ਸਾਨੂੰ ਸੱਚੀ ਚੀਜ਼ ਜਿਹੜੀ ਸੱਚਾ ਧਨ ਦਿੰਦੇ ਹੈ ਉਹਦੇ ਵਾਸਤੇ ਅਸੀਂ ਟਾਈਮ ਨਹੀਂ ਕੱਢਦੇ। ਸੰਤ ਕਹਿੰਦੇ ਹੈ, ਮਹਾਂਪੁਰਖ ਕਹਿੰਦੇ ਭਾਈ ਭਜਨ ਕਰ, ਉਹ ਸੱਚੀ ਮਾਇਆ ਤੇਰੇ ਅੰਦਰ ਆ ਜਾਏਗੀ, ਉਹਨੂੰ ਕੋਈ ਛੀਣ ਨਾ ਸਕੇਗਾ, ਕੋਈ ਨਹੀਂ ਉਹਨੂੰ ਲੈ ਸਕਦਾ ਹੈ, ਉਹਦੇ ਵਿੱਚੋਂ ਹੀ ਤੈਨੂੰ ਸੁੱਖ ਮਿਲੇਗਾ। ਲੇਕਿਨ ਅਸੀਂ ਝੂਠੀ ਮਾਇਆ ਵਾਸਤੇ ਹਾਕਮਾਂ ਦੀ ਸੇਵਾ ਕਰਦੇ ਹਾਂ। ਜੋ ਵੀ ਸਾਨੂੰ ਦੱਸਣ, ਸਾਰੀ ਸਾਰੀ ਰਾਤ ਵੀ ਜਾਗਣਾ ਪਏ ਤੇ ਅਸੀਂ ਜਾਗਦੇ ਹਾਂ, ਪਹਿਰੇ ਵੀ ਦਿੰਦੇ ਹਾਂ, ਹੋਰ ਵੀ ਕੰਮ ਕਰਦੇ ਹਾਂ। ਹਾਂਜੀ। हाकम सेवा तुम कस करते, तन और मान बढ़ाई लेते, आ गया उसकी अस सिर तरते, खान पान निद्रा भी तजते। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਉਸ ਝੂਠੀ ਚੀਜ਼ ਲੈਣ ਵਾਸਤੇ ਅਸੀਂ ਉਹਨਾਂ ਦੀ ਸੇਵਾ ਕਰਦੇ ਹਾਂ। ਖਾਣਾ ਪੀਣਾ ਵੀ ਸਾਨੂੰ ਭੁੱਲ ਜਾਂਦਾ, ਨੀਂਦਰਾ ਵੀ ਸਾਨੂੰ ਭੁੱਲ ਜਾਂਦਾ, ਰਾਤ ਵੀ ਸਾਨੂੰ ਪਹਿਰਾ ਦੇਣਾ ਪਵੇ ਪਹਿਰਾ ਦਿੰਦੇ ਹਾਂ, ਕੋਈ ਕੰਮ ਕਰਨਾ ਪਵੇ ਕਰਦੇ ਹਾਂ, ਭੁੱਖ ਪਿਆਸ ਨੂੰ ਅਸੀਂ ਜਰਦੇ ਹਾਂ। ਕਿਸ ਵਾਸਤੇ? ਕਿ ਸਾਨੂੰ ਉਹ ਮਾਇਆ ਮਿਲੇ, ਸਾਡੀ ਮਾਣ ਵਡਿਆਈ ਹੋਵੇ, ਸਾਡੀ ਉਸਤਤ ਕੋਈ ਕਰੇ। ਹਾਂਜੀ। आ गया उसकी अस सिर तरते, खान पान निद्रा भी तजते, सो तन जोड़ किया क्या पाई, जगत लाज में दिया उड़ाई। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਉਹ ਜਿਹੜਾ ਧਨ ਤੂੰ ਜੋੜਿਆ ਭਾਈ, ਉਹ ਕਿਸ ਵਾਸਤੇ ਜੋੜਿਆ ਤੇ ਕਿੱਧਰ ਲਗਾਇਆ ਤੂੰ? ਦੁਨੀਆ ਦੀ ਮਾਣ ਵਡਿਆਈ ਵਿੱਚ। ਮਾਣ ਵਡਿਆਈ ਵਿੱਚ ਅਸੀਂ ਲਾ ਦਿੰਦੇ ਹਾਂ ਕਿ ਅਸੀਂ ਸਾਨੂੰ ਕੋਈ ਬੜਾ ਕਵੇ, ਅੱਛਾ ਕਵੇ, ਅਮੀਰ ਕਵੇ, ਲੇਕਿਨ ਉਹਦੇ 'ਚ ਬਣਦਾ ਕੁਛ ਨਹੀਂ ਇਹਦਾ। ਜਿਉਂ ਆਏ ਤਿਉਂ ਗਏ ਬੌਰੇ, ਜਿਉਂ ਜਨਮੇ ਤਿਉਂ ਮਰਨ ਪਿਆ। ਜਿਉਂ ਦੁਨੀਆ 'ਚ ਆਏ ਐਸੇ ਚਲਾ ਗਏ। ਉਸ ਧਨ ਦਾ ਕੁਛ ਨਹੀਂ ਬਣ ਸਕਦਾ। ਨਾ ਇਸ ਨੇ ਆਪਣੇ ਪਰਮਾਰਥ 'ਚ ਲਗਾਇਆ, ਨਾ ਕੋਈ ਰਾਹ ਰਸਤੇ 'ਤੇ ਲਗਾਇਆ, ਨਾ ਕਿਸੇ ਦੇ ਗਰੀਬ ਦਾ ਹੱਥ ਵਟਾਇਆ। ਕੀ ਕਰੇਗਾ? ਮਾਣ ਵਡਿਆਈ ਕਿੱਥੋਂ ਲਏਗਾ? ਇਹ ਝੂਠੀ ਮਾਣ ਵਡਿਆਈ ਦੁਨੀਆ ਦੀ ਜਿਹੜੀ ਕਈ ਵਾਰ ਆਉਂਦੀ ਹੈ, ਕਈ ਵਾਰ ਮਿੱਟੀ 'ਚ ਮਿਲ ਜਾਂਦਾ ਬੰਦਾ। ਹਾਂਜੀ।
सो तन जोड़ किया क्या पाई, जगत लाज में दिया उड़ाई। सो जग की गत पहले पाखी, चार दिना फिर है नहीं बाकी। गुरु साहब जी ਇਹਦੀ ਜ਼ਿੰਦਗੀ ਬਾਰੇ ਫਰਮਾ ਰਹੇ ਹੈ ਕਿ क्या तू देखिया कदी अपनी जिंदगी का हिसाब किया है। भाई ये 4 दिन की जिंदगी है, जिस वास्ते तू धन पदार्थ जोड़दा है, हाकमां की सेवा करता है, नींदरे भी करता है, भुख भी करता है, जिस वास्ते तू करदा संत कहते हैं तेरी 4 दिन की जिंदगी है, कुछ भी नहीं है। हाँ जी। सो जग की गत पहले पाखी, चार दिना फिर है नहीं बाकी। सो तन कारण हाकम सेवा, ऐसी करते क्या कहूँ पेवा। गुरु साहब बड़े प्यार दे नाल फरमा रहे है कि उस काम वास्ते असी मान वड्याई वास्ते हाकमां की सेवा करते हाँ। वो जो सानू कहण सो काम असी करते हाँ कि वो धन लैके असी मान वड्याई साड़ी होवे, सानू कोई बड़ा कवे, साड़ी कोई शोभा होवे। हाँ जी। सो तन हाकम कारण सेवा, ऐसी करते क्या कहूँ पेवा। गुर सेवा जो सदा सहाई, ताको ऐसी पीठ दिखाई। गुरु साहब बड़े प्यार दे नाल फरमा रहे है कि सतगुर सेवा जिहड़ी सदा वास्ते इहदी सहाई है, सदा वास्ते इहदी जने मदद करदी है, उहदे वास्ते इन्हें पिठ दस दिती है, उहदे वास्ते कोई सेवा नहीं। उधर पिठ कर देती, मुँह दूजे पासे कर दिंदा है। हाँ जी। गुर सेवा जो सदा सहाई, ताको ऐसी पीठ दिखाई। दिन नहीं पख मास नहीं बरसा, कभी ना दर्शन को मन तरसा। गुरु साहब जी साड़ी हालत दस रहे है कि कदी भी तेरा दिल तरसिया है दर्शन वास्ते, कदी दिन रात किसी वक्त भी तेरे मन च कोई आया है कि मैं भी मुर्शद का दर्शन करा, या मुर्शद के कहने मुताबिक मैं काम करा, ये तेरे दिल च भाव कदी आया? सो कदी साढ़े दिल च ख्याल आउंदा ही नहीं। हाँ जी। दिन नहीं पख मास नहीं बरसा, कभी ना दर्शन को मन तरसा। कहूँ कैसे तुमरा उधारा,
ਨਰਕ ਨਿਵਾਸ ਦੁਖ ਚੌਤਾਰਾ। ਗੁਰੂ ਸਾਹਿਬ ਜੀ ਫਰਮਾ ਰਹੇ ਹੈ ਕਿ ਮੈਂ ਕੀ ਕਵਾਂ, ਅਗਰ ਅਸੀਂ ਗਲਤ ਕੰਮ ਕਰਾਂਗੇ ਤਾਂ ਸਾਨੂੰ ਨਰਕਾਂ 'ਚ ਨਿਵਾਸ ਹੋਏਗਾ। ਅਸੀਂ ਨਰਕਾਂ ਵਿੱਚ ਜਾਵਾਂਗੇ, 84 ਵੀ ਜਾਵਾਂਗੇ, ਸਾਨੂੰ ਗਲਤ ਕੰਮਾਂ ਦਾ ਇਹੀ ਮੁਆਵਜ਼ਾ ਮਿਲੇਗਾ। ਜੋ ਸੰਤ ਦੱਸਦੇ ਹੈ ਉਹ ਅਸੀਂ ਕੰਮ ਕਰਦੇ ਨੇ। ਕਹਿੰਦੇ ਆ ਭਾਈ ਚੋਰੀਆਂ ਠੱਗੀਆਂ ਫਰੇਬਕਾਰੀਆਂ ਛੱਡ ਦੇ, ਈਸ਼ਵਰ ਦੀ ਭਗਤੀ ਕਰ, ਨਾਮ ਜਪ। ਉਸ ਪਾਸੇ ਸਵਾਮੀ ਜੀ ਮਹਾਰਾਜ ਫਰਮਾ ਰਹੇ ਅਸੀਂ ਪਿੱਠ ਕਰ ਦਿੰਦੇ ਹਾਂ, ਦੂਜੇ ਪਾਸੇ ਮੂੰਹ ਕਰ ਦਿੰਦੇ ਹਾਂ। ਹਾਂਜੀ। कहूँ कैसे तुमरा उधारा, नरक निवास दुख चौतारा। उस दुख में कहूँ कौन सहाई, गुर से प्रीत ना करी बनाई। ਗੁਰੂ ਸਾਹਿਬ ਜੀ ਬੜੇ ਪਿਆਰ ਨਾਲ ਫਰਮਾ ਰਹੇ ਆ, ਭਾਈ ਉਹ ਜਿਹੜਾ ਦੁੱਖ ਤੈਨੂੰ ਨਰਕਾਂ ਦੇ ਵਿੱਚ ਆਉਣਾ ਹੈ, ਉਸ ਦੁੱਖ ਦਾ ਕੌਣ ਜ਼ਿੰਮੇਵਾਰ ਹੈ, ਕੌਣ ਸਾਡੀ ਮਦਦ ਕਰੇਗਾ। ਸਤਿਗੁਰ ਨਾਲ ਤੇ ਪਿਆਰ ਨਹੀਂ ਕੀਤਾ, ਸਤਿਗੁਰ ਨੂੰ ਤੇ ਅਸੀਂ ਸਮਝਿਆ ਨਹੀਂ, ਲੇਕਿਨ ਉਸ ਵਕਤ ਸਾਡਾ ਕੌਣ ਬਣੇਗਾ। ਇਹ ਜਿਸ ਦੁਨੀਆ ਦੇ ਵਾਸਤੇ ਅਸੀਂ ਮਾਣ ਵਡਿਆਈ ਵਾਸਤੇ ਯਾਨੀ ਦਿਨ ਔਰ ਰਾਤ ਹਾਕਮਾਂ ਦੀ ਸੇਵਾ ਕਰਦੇ ਹਾਂ, ਕੋਈ ਭਜਨ ਨਹੀਂ, ਕੋਈ ਸਿਮਰਨ ਨਹੀਂ, ਕੋਈ ਸਾਧ ਸੰਗਤ ਦੀ ਸੇਵਾ ਨਹੀਂ, ਉਹ ਮਾਇਆ ਲੈ ਕੇ ਅਸੀਂ ਮਾਣ ਵਡਿਆਈ ਦੇ ਵਿੱਚ ਅਸੀਂ ਵੀ ਡਾ ਦਿੱਤੀ ਕਿ ਸਾਡੀ ਵਡਿਆਈ ਹੋਵੇ, ਸਾਨੂੰ ਕੋਈ ਬੜਾ ਕਵੇ, ਲੇਕਿਨ ਕਿਸੇ ਪਾਸੇ ਅੱਛੇ ਪਾਸੇ ਕੁਛ ਨਹੀਂ ਲੱਗਾ। ਜੋ ਕੰਮ ਕੀਤਾ ਗਲਤ ਕੀਤਾ। ਜੋ ਦੁਨੀਆ ਕਦੀ ਕਿਸੇ ਦੀ ਬਣੀ ਹੈ, ਜਿੰਨੀ ਮਰਜ਼ੀ ਮਾਣ ਵਡਿਆਈ ਕੋਈ ਕਰੇ, ਇੱਕ ਤੋਂ ਇੱਕ ਵੱਧ ਕਿੰਨਾ ਕੁ ਕਰ ਲਏਗਾ, ਕੋਈ ਕਿੰਨੀ ਕੁ ਵਡਿਆਈ ਕਰ ਲਏਗਾ। ਹਾਂਜੀ। उस दुख में कहूँ कौन सहाई, गुर से प्रीत ना करी बनाई। जो इसकी प्रतीत न लाओ, तो मन अपना यूं समझाओ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਤੁਸੀਂ ਜਿਸ ਤਰੀਕੇ ਨਾਲ ਵੀ ਹੁੰਦਾ ਆਪਣੇ ਮਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਔਰ ਸਤਿਗੁਰ ਦੇ ਨਾਲ ਪ੍ਰੀਤੀ ਕਰੋ, ਤਾਂ ਕਿ ਜਿਸ ਨੇ ਸਾਡੇ ਉਸ ਵਕਤ ਸਹਾਈ ਹੋਣਾ, ਉਸ ਵਕਤ ਸਾਡੀ ਮਦਦ ਕਰਨੀ ਹੈ। ਕਈ ਵਾਰ ਅੱਗੇ ਵੀ ਦੱਸੀ ਇਹ ਸਾਖੀ ਕਿ ਵਾਕਿਆ ਹੀ ਸਤਿਗੁਰ ਜੇ ਕੋਈ ਸਮਝੇ ਤਾਂ ਕਰਦਾ ਹੈ। ਇੱਕ ਲੜਕੀ ਜੰਮੂ ਦੀ ਪਠਾਨਕੋਟ ਵਿਆਹੀ ਸੀ। ਉਹ ਲੜਕੀ ਜਿਹਦੀ ਸੀ ਉਹ ਸਤਸੰਗ ਕਰਦਾ ਸੀ। ਉਹਦਾ ਪਿਤਾ ਜਿੱਥੇ ਲੜਕੀ ਵਿਆਹੀ ਉਹ ਆਪਣੇ ਪੇਕੇ ਹੀ ਉਸ ਵਕਤ ਕੁਦਰਤੀ ਉਹ ਲੜਕਾ ਜਿਹੜਾ ਸੀ ਉਹਦਾ ਉਹ ਸਮਾਂ ਆ ਗਿਆ। ਉੱਧਰੋਂ ਜਮਦੂਤ ਆ ਗਏ, ਉੱਧਰੋਂ ਸਤਿਗੁਰ ਆ ਗਿਆ। ਜਮਦੂਤ ਕਹਿਣ ਕਿਸੇ ਨੇ ਨਾਮ ਨਹੀਂ ਲਿਆ, ਇਹ ਤੁਹਾਡਾ ਬੰਦਾ ਨਹੀਂ, ਇਹ ਸਾਡਾ ਬੰਦਾ ਹੈ, ਇਹਦੀ ਰੂਹ ਅਸੀਂ ਲੈਣੀ ਹੈ। ਸਤਿਗੁਰ ਕਹਿਣ ਨਹੀਂ, ਇਹ ਸਾਡਾ ਬੰਦਾ ਹੈ। ਉਹਨਾਂ ਪੁੱਛਿਆ, ਹੁਣ ਉਹ ਲੜਕੀ ਦਾ ਧਿਆਨ ਉੱਥੇ ਹੀ ਲੱਗਾ, ਪੇਕੇ ਹੀ ਆਪਣੇ, ਸਾਡੇ ਦੇਖਣ ਦੀ ਗੱਲ ਹੈ। ਉਹਦਾ ਧਿਆਨ ਲੱਗ ਗਿਆ, ਅੱਖਾਂ ਮੀਟੀ, ਉਹ ਇਹ ਚੈਨਸ ਦੇਖ ਰਹੀ ਹੈ ਸਾਰਾ। ਸਤਿਗੁਰ ਨੇ ਕਿਹਾ
ਕਿ ਇਸ ਨੇ ਸਾਡਾ ਪ੍ਰਸ਼ਾਦ ਖਾਧਾ ਹੈ। ਕੜਾਹ ਪ੍ਰਸ਼ਾਦ ਦੀ ਤਲੀ 'ਤੇ ਦੇਖੋ, ਜੇ ਤੇ ਇਹਦਾ ਦਾਗ ਹੈ ਤੇ ਫਿਰ ਬੰਦਾ ਸਾਡਾ ਹੈ, ਜੇ ਨਹੀਂ ਤੇ ਫਿਰ ਤੁਸੀਂ ਲੈ ਜਾਓ। ਦੇਖਿਆ ਜਦੋਂ ਉਹਦੀ ਤਲੀ ਦੇਖੀ, ਉਹਦੇ ਦਾਗ, ਕਹਿਣ ਲੱਗੇ ਬੰਦਾ ਸਾਡਾ, ਤੁਸੀਂ ਨਹੀਂ ਲੈ ਸਕਦੇ। ਇਹ ਹੁਣ ਚੈਨਸ ਸਾਰਾ ਉਹ ਲੜਕੀ ਦੇਖ ਰਹੀ ਹੈ, ਔਰ ਉਹ ਜਿਹੜਾ ਸਤਸੰਗ ਕਰਦਾ ਸੀ ਉਹਦਾ ਪਿਓ, ਉਹਦੇ ਨਾਲ ਸਾਡਾ ਬੜਾ ਸੰਬੰਧ ਬੜਾ ਪਿਆਰਾ ਸੀ, ਬਹੁਤ ਸਾਡੇ ਨਾਲ ਉਹਦਾ ਲੈਣ ਦੇਣ ਆਪਾਂ ਵਿੱਚ ਪਿਆਰ ਕਰਦੇ ਸਾਂ। ਲੜਕੀ ਜਦੋਂ ਅੱਖ ਖੋਲ੍ਹੀ ਤੇ ਲੜਕੀ ਨੇ ਆਪਣੇ ਪਿਤਾ ਨੂੰ ਸਾਰੀ ਕਹਾਣੀ ਦੱਸੀ। ਉਸੇ ਵੇਲੇ ਉਹਨਾਂ ਲੜਕਾ ਕੋਈ ਭੇਜਿਆ ਕਿ ਜਾਓ ਪਤਾ ਕਰੋ ਕਿ ਠੀਕ ਹੈ ਗੱਲ ਇਹ। ਜਦੋਂ ਭੇਜਿਆ, ਦੇਖਿਆ ਜਾ ਕੇ ਤੇ ਉਹ ਲੜਕਾ ਮਰ ਗਿਆ, ਰੂਹ ਸਤਿਗੁਰ ਲੈ ਗਏ। ਇਹ ਸਾਡੇ ਦੇਖਣ ਦੀ ਗੱਲ ਹੈ। ਉਸ ਲੜਕੀ ਨੇ ਹੀ ਖੁਦ ਦੇਖਿਆ, ਜਿਹੜੀ ਵਿਆਹੀ ਸੀ ਉਹਦੀ ਉੱਥੇ ਹੀ ਅੱਖ ਲੱਗ ਗਈ, ਉਹਦਾ ਧਿਆਨ ਹੋ ਗਿਆ। ਉਹ ਚੈਨਸ ਸਾਰਾ ਦੇਖ ਰਹੀ ਹੈ ਕਿ ਕੀ ਹੋ ਰਿਹਾ, ਕਿਸ ਨਾਲ ਝਗੜਾ ਹੋ ਰਿਹਾ। ਉਸ ਨੇ ਆਪੇ ਦੱਸਿਆ ਹੈਗਾ। ਭਾਈ ਪਿਆਰ ਹੋਵੇ, ਖਾਸ਼ ਹੋਵੇ ਤਾਂ ਸਤਿਗੁਰ ਜ਼ਰੂਰ ਮਦਦ ਕਰਦਾ ਹੈਗਾ, ਇਹ ਨਹੀਂ ਕਿ ਨਹੀਂ ਕਰਦਾ ਹੈਗਾ। ਹਾਂਜੀ। ਜੋ ਇਸ ਕੀ ਪ੍ਰਤੀਤ ਨਾ ਲਾਓ, तो मन अपना यूं समझाओ, रोग दुख नित प्रति सताई, मौत प्यादे है ये पाई। ਗੁਰੂ ਸਾਹਿਬ ਜੀ ਫਰਮਾ ਰਹੇ ਹੈ ਕਿ ਹਮੇਸ਼ਾ ਵਾਸਤੇ ਦੁੱਖਾਂ 'ਚ ਜੀਵ ਫਸਿਆ ਰਹਿੰਦਾ ਹੈ, ਮੌਤ ਦਾ ਪੈਦਾ ਬਣ ਜਾਂਦਾ ਹੈ, ਪਰ ਜੋ ਸਤਿਗੁਰ ਦੱਸਦਾ ਹੈ ਸੋ ਨਹੀਂ ਕਰਦਾ। ਜੋ ਕੰਮ ਸਤਿਗੁਰ ਦੱਸਦਾ ਹੈ ਕਿ ਭਾਈ ਨਾਮ ਜਪ, ਈਸ਼ਵਰ ਦੀ ਭਗਤੀ ਕਰ, ਇਹ ਮਨੁੱਖਿਆ ਜਨਮ ਤੈਨੂੰ ਬਾਰੋਂ ਬਾਰ ਨਹੀਂ ਮਿਲਣਾ, ਲੇਕਿਨ ਉਹਦੇ ਵਾਸਤੇ ਸਾਡੇ ਕੋਲ ਕੋਈ ਟਾਈਮ ਨਹੀਂ, ਉਸ ਕੰਮ ਵਾਸਤੇ ਸਾਡੇ ਕੋਲ ਕੋਈ ਟਾਈਮ ਹੀ ਨਹੀਂ, ਨਾ ਅਸੀਂ ਕਰਦੇ ਹੈਗੇ। ਜਿਉਂ ਜਨਮੇ ਤਿਉਂ ਮਰਨ ਪਿਆ, ਜਿਉਂ ਆਏ ਤਿਉਂ ਗਏ ਬੌਰੇ, ਜਿਉਂ ਜਨਮੇ ਤਿਉਂ ਮਰਨ ਪਿਆ। ਜੇ ਅਸੀਂ ਮਨੁੱਖਿਆ ਜਨਮ ਚਾਹੇ ਤਦ ਵੀ ਮੌਤ ਸਾਡੇ ਸਿਰ 'ਤੇ ਰਹੀ, ਪਸ਼ੂ ਬਣੇ ਤਦ ਵੀ ਮੌਤ ਸਿਰ 'ਤੇ ਰਹੀ, ਪਰਿੰਦੇ ਬਣੇ ਤਦ ਵੀ ਮੌਤ ਸਿਰ 'ਤੇ ਰਹੀ। ਇਹ ਸਿਲਸਿਲਾ ਸਾਡਾ ਚੱਲਦਾ ਹੀ ਰਿਹਾ, ਲੇਕਿਨ ਜੋ ਸਤਿਗੁਰ ਕਹਿੰਦਾ ਹੈ ਸੋ ਨਹੀਂ ਅਸੀਂ ਕਰਦੇ, ਸਾਨੂੰ ਪ੍ਰਤੀਤ ਨਹੀਂ ਆਉਂਦੀ। ਹਾਂਜੀ। रोग दुख नित प्रति सताई, मौत प्यादे है ये पाई, मृत्यु होन में नहीं कुछ संसार, वै तो करें सकल जीव हिंसा। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਨੇ ਕਿ ਕਿਸੇ ਨੂੰ ਕੋਈ ਇਹ ਚੀਜ਼ ਦੀ ਚਿੰਤਾ ਹੀ ਨਹੀਂ, ਕੋਈ ਫਿਕਰ ਨਹੀਂ ਕਿ ਅਸੀਂ ਦੁਨੀਆ ਤੋਂ ਜਾਣਾ ਹੈ। ਅਸੀਂ ਝੂਠੇ ਕਰਮ ਕਰਦੇ ਹਾਂ, ਔਰ ਇੱਕ ਦੂਸਰੇ ਦੇ ਅਸੀਂ ਕਈ ਬੋਝ, ਕਈ ਗਲਤ ਕਰਮ ਕਰਦੇ ਹਾਂ, ਇੱਕ ਦੂਸਰੇ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਆਪਣੀ ਮੌਤ ਦਾ ਸਾਨੂੰ ਪਤਾ ਹੀ ਨਹੀਂ। ਜੋ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ, ਠੀਕ ਫਰਮਾ ਰਹੇ। ਹਾਂਜੀ। मृत्यु होड़ में नहीं कुछ संसार, वै तो करें सकल जीव हिंसा। ਦੂਸਰੇ ਜੀਵਾਂ ਦੀ ਅਸੀਂ
ਮੁਕਤੀ ਕਰਦੇ ਹਾਂ, ਉਹਨਾਂ ਨੂੰ ਮਾਰਦੇ ਹਾਂ, ਉਹਨਾਂ ਨੂੰ ਖਾਂਦੇ ਹਾਂ, ਲੇਕਿਨ ਆਪਣੀ ਮੌਤ ਦਾ ਨਹੀਂ ਕੋਈ ਪਤਾ। ਔਰ ਦੂਸਰੇ ਜੀਵ ਅਸੀਂ ਖਾਂਦੇ ਹੈਗੇ। ਹਾਂਜੀ। ये हिंसा तुम पर भी आवे, एक दिन काल शीस पर तावे। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਸਮਝਾ ਰਹੇ ਹੈ, ਭਾਈ ਇੱਕ ਦਿਨ ਤੇਰੇ ਤੇ ਵੀ ਆਉਣਾ ਹੈ। ਅਗਰ ਤੂੰ ਦੂਸਰੇ ਜੀਵਾਂ ਦਾ ਘਾਤ ਕਰਦਾ ਹੈ ਤਾਂ ਉਹ ਇੱਕ ਦਿਨ ਤੇਰੇ ਤੇ ਵੀ ਆਉਣਾ ਹੈ। ਤੈਨੂੰ ਵੀ ਕਾਲ ਫੜ ਕੇ ਮਾਰੇਗਾ, ਕੁੱਟੇਗਾ, ਲੈ ਜਾਏਗਾ ਇੱਥੋਂ ਕੱਢ ਕੇ ਔਰ ਤੇਰੀ ਰੂਹ ਨੂੰ। ਤੈਨੂੰ ਆਪਣੀ ਮੌਤ ਦਾ ਕੋਈ ਪਤਾ ਨਹੀਂ ਕਿ ਮੇਰਾ ਵੀ ਟਾਈਮ ਆਉਣਾ ਹੈਗਾ। ਅਸੀਂ ਦੂਸਰੇ ਜੀਵਾਂ ਦੀ ਘਾਤ ਕਰਦੇ ਹੈਗੇ। ਹਾਂਜੀ। ये हिंसा तुम पर भी आवे, एक दिन काल शीस पर तावे। उस दिन का कुछ करो उपाय, तन हाकम कुछ काम न आई। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ, ਭਾਈ ਉਹ ਜਿਹੜਾ ਦਿਨ ਤੇਰੇ ਤੇ ਆਉਣਾ ਹੈ, ਉਸ ਦਿਨ ਦਾ ਕੋਈ ਉਪਾਅ ਕਰ। ਇਹ ਤਣ ਜਾਂ ਹਾਕਮ ਤੇਰੇ ਨਹੀਂ ਬਣਨੇ, ਇਹ ਕਿਸੇ ਕੰਮ ਨਹੀਂ ਆਉਣਾ। ਜੇ ਤਣ ਜੋੜਿਆ ਤਦ ਵੀ ਇੱਥੇ ਰਹਿ ਜਾਣਾ, ਹਾਕਮਾਂ ਦੀ ਸੇਵਾ ਇੱਥੇ ਰਹਿ ਗਈ, ਹਾਕਮ ਵੀ ਇੱਥੇ ਰਹਿ ਗਏ, ਕਿਸੇ ਨੇ ਤੇਰੀ ਮਦਦ ਨਹੀਂ ਕਰਨੀ। ਉਸ ਦਿਨ ਵਾਸਤੇ ਤੂੰ ਕੁਛ ਕਰ। ਤਾਂ ਉਸ ਦਿਨ ਵਾਸਤੇ ਅਸੀਂ ਕੀ ਕਰੀਏ? ਕਿਸੇ ਮੁਰਸ਼ਿਦ ਦੇ ਨਾਲ ਪਿਆਰ ਕਰੀਏ, ਉਹਨੂੰ ਪੁੱਛੀਏ, ਉਹਦੇ ਪਾਸੋਂ ਅਸੀਂ ਕੋਈ ਸਿੱਖਿਆ ਲਈਏ। ਸੰਤ ਕੀ ਆ ਕੇ ਦੱਸਦੇ ਕਿ ਭਾਈ ਭਜਨ ਸਿਮਰਨ ਕਰ, ਈਸ਼ਵਰ ਦਾ ਨਾਮ ਜਪ। ਉਹ ਜਿਹੜਾ ਵਕਤ ਤੇਰੇ 'ਤੇ ਆਉਣਾ ਹੈ, ਉਸ ਵਕਤ ਦੀ ਸੰਭਾਲ ਤੇਰੀ ਕਰੇਗਾ ਸਤਿਗੁਰ। ਉਹ ਮੁਸ਼ਕਲ ਦੀ ਘੜੀ ਜਿਹੜੀ ਆਉਣੀ ਹੈ, ਉਸ ਵਕਤ ਤੇਰੀ ਮਦਦ ਕਰੇਗਾ। ਹਾਂਜੀ। उस दिन का कुछ करो उपाय, तन हाकम कुछ काम न आए।